सत श्री अकाल सारे विद्यार्थियों ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਹਿਸਟਰੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂਗੇ ਜਿਹਦਾ ਨਾਮ ਹੈਗਾ ਵਰਧਨ ਕਾਲ ਜਾਂ ਪੁਸ਼ਿਆਭੂਤੀ ਵੰਸ਼। ਇਸ ਤੋਂ ਪਹਿਲਾਂ ਅਸੀਂ ਗੁਪਤ ਸਾਮਰਾਜ ਦੇ ਬਾਰੇ ਪੜ੍ਹ ਚੁੱਕੇ ਹਾਂਗੇ। ਜੇ ਤੁਸੀਂ ਹਾਲੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋਗੇ। ਤੇ ਆਪਣੀ ਜਿਹੜੀ ਅੱਜ ਦੀ ਵੀਡੀਓ ਹੈਗੀ ਉਹ ਵਰਧਨ ਕਾਲ ਤੇ ਆ ਗਈ ਤੇ ਆਪਾਂ ਵੀਡੀਓ शुरू कर देंगे। 550 ईस्वी ਦੇ ਵਿੱਚ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਜਿਹੜਾ ਉੱਤਰੀ ਭਾਰਤ ਸੀਗਾ ਉਹ ਕਈ ਛੋਟੇ-ਛੋਟੇ ਸੁਤੰਤਰ ਰਾਜਾਂ ਦੇ ਵਿੱਚ ਵੰਡਿਆ ਗਿਆ ਸੀ। ਇਸੇ ਸਮੇਂ ਦੌਰਾਨ ਹੀ ਹਰਿਆਣੇ ਦੇ ਕੁਰੂਕਸ਼ੇਤਰ ਦੇ ਵਿੱਚ ਇੱਕ ਨਵੇਂ ਰਾਜ ਦਾ ਜਨਮ ਹੁੰਦਾਗਾ ਜਿਹਨੂੰ ਕਿ ਪੁਸ਼ਿਆਭੂਤੀ ਵੰਸ਼ ਕਿਹਾ ਜਾਂਦਾਗਾ। ਤੇ ਇਹ ਜਿਹੜਾ ਵੰਸ਼ ਸੀਗਾ ਇਹਦਾ ਜਨਮ ਲਗਭਗ 6ਵੀਂ ਸਦੀ ਈਸਾ ਪੂਰਵ ਦੇ ਵਿੱਚ ਹੁੰਦਾਗਾ ਜਿਹਦੇ के संस्थापक पुष्याभूति वर्धन ਸੀਗੇ। इस करके ही इस वंश ਨੂੰ पुष्याभूति ਦਾ ਨਾਮ ਦਿੱਤਾ ਗਿਆਗਾ। ਤੇ ਇੱਥੋਂ ਦੀ ਜਿਹੜੀ ਰਾਜਧਾਨੀ ਸੀਗੀ ਉਹ ਸਥਾਨੇਸ਼ਵਰ ਜਾਂ ਥਾਨੇਸ਼ਰ ਸੀਗੀ। ਤੇ ਹੁਣ ਆਪਾਂ ਵਰਧਨ ਕਾਲ ਨੂੰ ਇੱਕ ਮੈਪ ਦੇ ਰਾਹੀਂ ਸਮਝਾਂਗੇ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਗੁਪਤ ਕਾਲ ਦੇ ਪਤਨ ਤੋਂ ਬਾਅਦ ਛੋਟੇ-ਛੋਟੇ ਜਿਹੜੇ ਰਾਜ ਨੇ ਉਹ ਪੈਦਾ ਹੁੰਦੇ ਨੇ ਤਾਂ ਉਹ ਕਿਹੜੇ-ਕਿਹੜੇ ਰਾਜ ਸੀਗੇ ਆਪਾਂ ਉਹ ਇਸ ਮੈਪ ਤੇ ਸਮਝਾਂਗੇ। सब तो पहला आपां उत्तरी भारत दे विच हरियाणे की गल करते हैं जिथे कि वर्धन काल जां पुष्याभूति वंश का जिहड़ा जन्म आगा वो हुंदागा। इहदे नाल ही बिहार ते यूपी के इलाके दे विच कनौज च मौखरी वंश का जन्म हुंदागा जित्थों दा राजा कि ग्रहवर्मन सीगा। ते बंगाल दे विच गौर वंश का शासन शुरू हो जांदागा ते उत्थों दा जिहड़ा राजा सीगा वो शुशांक सीगा। ते मध्य प्रदेश के इलाके नूं मालवा कहा जांदा सीगा जित्थों दा राजा दैवगुप्त सीगा। ਤੇ ਬੰਗਾਲ ਦੇ ਰਾਜੇ ਤੇ ਮਾਲਵੇ ਦੇ ਜਿਹੜੇ ਰਾਜਾ ਸੀਗੇ ਦੋਹਾਂ ਦੀ ਆਪਸ ਦੇ ਵਿੱਚ ਗਹਿਰੀ ਮਿੱਤਰਤਾ ਸੀਗੀ। ਤੇ ਦੱਖਣੀ ਭਾਰਤ ਦੇ ਵਿੱਚ ਚਾਲੁਕਿਆ ਵੰਸ਼ ਦਾ ਸ਼ਾਸਨ ਸੀਗਾ ਜਿੱਥੋਂ ਦਾ ਰਾਜਾ ਕਿ ਪੁਲਕੇਸ਼ਨ ਦੂਜੇ ਸੀ। ਪੁਸ਼ਿਆਭੂਤੀ ਵਰਧਨ ਤੋਂ ਬਾਅਦ ਜਿਹੜਾ ਵਰਧਨ ਕਾਲ ਦਾ ਪ੍ਰਮੁੱਖ ਸ਼ਾਸਕ ਸੀਗਾ ਉਹ ਪ੍ਰਭਾਕਰ ਵਰਧਨ ਸੀਗਾ। ਇਹ ਵਰਧਨ ਕਾਲ ਦਾ ਕਾਫੀ ਮਹੱਤਵਪੂਰਨ ਸ਼ਾਸਕ ਹੋਇਆਗਾ क्योंकि इन्हें अपने समय दे विच मध्य एशिया की हूण जाति नूं हराया सीगा जिहड़ी कि गुप्त साम्राज के पतन का मुख्य कारण सीगी। ते प्रभाकर वर्धन का जिहड़ा विआह सीगा ओह जशोमती नाल होया सीगा। ते प्रभाकर वर्धन दे 2 पुत्तर ते 1 पुत्री सी। जिहड़ा राजवर्धन सीगा ओह वड्डा पुत्तर सी, हर्षवर्धन छोटा पुत्तर सी ते जिहड़ी राजश्री सीगी ओह सब तो छोटी पुत्री सीगी। प्रभाकर वर्धन ने अपनी पुत्री जिहड़ी राजश्री सीगी उहदा विआह मौखरी वंश के राजे ग्रहवर्मन नाल कीता सीगा। ते विआह करन तो बाद प्रभाकर वर्धन की मौत हो जाती है। उसकी मौत तो बाद जिहड़ा उहदा वड्डा पुत्तर राजवर्धन आगा ओह राजगद्दी संभालदागा। ते जिहड़ा राजा ग्रहवर्मन सीगा उहदी जिहड़ी दुश्मनी सीगी ओह मालवे के राजे दैवगुप्त नाल सीगी। ते जिहड़ा मालवे का राजा दैवगुप्त आगा ओह ग्रहवर्मन नूं मार दिंदागा ते राजश्री नूं बंदी बना लैंदागा। ਜਦੋਂ ਇਸ ਗੱਲ ਦਾ ਪਤਾ ਰਾਜਵਰਧਨ ਨੂੰ ਲੱਗਦਾਗਾ ਤਾਂ ਉਹ ਆਪਣੇ ਜੀਜੇ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾਗਾ ਤੇ ਆਪਣੀ ਭੈਣ ਨੂੰ ਛੁਡਵਾਉਣਾ ਚਾਹੁੰਦਾਗਾ। ਇਸ ਲਈ ਉਹ ਮਾਲਵੇ ਦੇ ਰਾਜੇ ਦੇਵਗੁਪਤ ਨੂੰ ਮਾਰ ਦਿੰਦਾਗਾ। ਤੇ ਜਦੋਂ ਬੰਗਾਲ ਦੇ ਰਾਜੇ ਸ਼ੁਸ਼ਾਂਕ ਨੂੰ ਇਸ ਗੱਲ ਦਾ ਪਤਾ ਲੱਗਦਾਗਾ ਤਾਂ ਉਹ ਬਹੁਤ ਗੁੱਸੇ ਦੇ ਵਿੱਚ ਆਉਂਦਾਗਾ ਕਿਉਂਕਿ ਉਹਦੀ ਮਾਲਵੇ ਦੇ ਰਾਜੇ ਦੇਵਗੁਪਤ ਨਾਲ ਗਹਿਰੀ ਦੋਸਤੀ ਸੀਗੀ। ਤੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈਣ ਦੇ ਲਈ ਜਿਹੜਾ ਰਾਜਾ ਸ਼ੁਸ਼ਾਂਕ ਆਗਾ ਉਹ ਰਾਜਵਰਧਨ ਦੀ ਧੋਖੇ ਦੇ ਨਾਲ ਹੱਤਿਆ ਕਰ ਦਿੰਦਾਗਾ। ਤੇ ਇਸ ਸਮੇਂ ਦੇ ਵਿੱਚ ਜਿਹੜੀ ਰਾਜਸ਼੍ਰੀ ਆਗੀ ਉਹ ਆਪਣੀ ਜਾਨ ਬਚਾਉਂਦੀ ਹੋਈ ਜੰਗਲਾਂ ਦੇ ਵੱਲ ਭੱਜ ਨਿਕਲਦੀ ਹੈਗੀ। ਇਸ ਤਰ੍ਹਾਂ ਵੱਡੇ ਭਰਾ ਰਾਜਵਰਧਨ ਦੀ ਮੌਤ ਹੋਣ ਤੋਂ ਬਾਅਦ ਜਿਹੜਾ ਰਾਜਾ ਹਰਸ਼ਵਰਧਨ ਆਗਾ ਉਹ 16 ਸਾਲਾਂ ਦੀ ਉਮਰ ਦੇ ਵਿੱਚ 606 ਈਸਵੀ ਦੇ ਵਿੱਚ ਰਾਜਗੱਦੀ ਦੇ ਉੱਤੇ ਬੈਠਦਾਗਾ। ਹੁਣ ਜਦੋਂ ਹਰਸ਼ਵਰਧਨ ਆ ਜਿਹੜਾ ਰਾਜਗੱਦੀ ਨੂੰ ਸੰਭਾਲਦਾਗਾ ਤਾਂ ਉਹਦੀ ਜਿਹੜੀ ਉਮਰ ਸੀਗੀ ਕਾਫੀ ਥੋੜੀ ਸੀਗੀ ਪਰ ਜਿਹੜੇ ਉਹਦੇ ਹੌਸਲੇ ਸੀਗੇ ਉਹਦੀ ਉਮਰ ਨਾਲੋਂ ਕਿਤੇ ਵੱਡੇ ਸੀਗੇ। ਤਾਂ ਹਰਸ਼ਵਰਧਨ ਆ ਜਿਹੜਾ ਉਹ ਸਭ ਤੋਂ ਪਹਿਲਾਂ ਬੰਗਾਲ ਦੇ ਰਾਜੇ ਸ਼ੁਸ਼ਾਂਕ ਨੂੰ ਹਰਾਉਂਦਾਗਾ ਤੇ ਬਾਅਦ ਦੇ ਵਿੱਚ ਉਹਦੀ ਹੱਤਿਆ ਕਰ ਦਿੰਦਾਗਾ। ਇਸੇ ਸਮੇਂ ਦੇ ਵਿੱਚ ਹੀ ਉਹ ਆਪਣੀ ਭੈਣ ਰਾਜਸ਼੍ਰੀ ਨੂੰ ਵੀ ਲੱਭ ਲੈਂਦਾਗਾ ਪਰ ਜਿਹੜੀ ਉਹਦੀ ਭੈਣ ਸੀਗੀ ਰਾਜਸ਼੍ਰੀ ਉਹ ਹੁਣ ਕਨੌਜ ਤੇ ਸ਼ਾਸਨ ਨਹੀਂ ਕਰ ਸਕਦੀ ਸੀਗੀ। ਇਸ ਲਈ ਜਿਹੜਾ ਹਰਸ਼ਵਰਧਨ ਆ ਉਹ ਕਨੌਜ ਉੱਤੇ ਅਧਿਕਾਰ ਕਰਦਾਗਾ ਤੇ ਉਹਨੂੰ ਆਪਣੀ ਰਾਜਧਾਨੀ ਬਣਾ ਲੈਂਦਾਗਾ ਜਿਹੜਾ ਕਿ ਕਾਫੀ ਇੰਪੋਰਟੈਂਟ ਆਗਾ। ਤੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾ ਸਕਦਾਗਾ ਕਿ ਕਿਸ ਸ਼ਾਸਕ ਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ। ਤੇ ਦੂਸਰਾ ਇਹ ਵੀ ਪੁੱਛਿਆ ਜਾ ਸਕਦਾਗਾ ਕਿ ਵਰਧਨ ਕਾਲ ਦੀ ਰਾਜਧਾਨੀ ਥਾਨੇਸ਼ਰ ਸੀਗੀ ਤੇ ਬਾਅਦ ਦੇ ਵਿੱਚ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ।
ਇਸ ਤਰ੍ਹਾਂ ਜਿਹੜਾ ਰਾਜਾ ਹਰਸ਼ਵਰਧਨ ਹੈਗਾ ਉਹ ਦੋ ਰਾਜਾਂ ਦਾ ਸ਼ਾਸਕ ਬਣਿਆ, ਇੱਕ ਮੌਖਈ ਵੰਸ਼ ਮਤਲਬ ਕਿ ਕਨੌਜ ਦਾ ਤੇ ਦੂਸਰਾ ਹੈਗਾ ਗਾ ਪੁਸ਼ਿਆਭੂਤੀ ਵੰਸ਼। ਹੁਣ ਆਪਾਂ ਹਰਸ਼ਵਰਧਨ ਦੇ ਅੰਤਿਮ ਯੁੱਧ ਦੀ ਗੱਲ ਕਰਦੇ ਆਂਗੇ। ਜਿਹੜਾ ਹਰਸ਼ਵਰਧਨ ਹੈਗਾ ਉਹ ਉੱਤਰੀ ਭਾਰਤ ਜਿੱਤਣ ਤੋਂ ਬਾਅਦ ਦੱਖਣੀ ਭਾਰਤ ਉੱਤੇ ਅੰਤਿਮ ਹਮਲਾ ਕਰਦਾ ਗਾ ਤੇ ਇਸ ਹਮਲੇ ਦੇ ਵਿੱਚ ਜਿਹੜਾ ਹਰਸ਼ਵਰਧਨ ਆ ਉਹ ਦੱਖਣੀ ਭਾਰਤ ਦੇ ਚਲੁਕਿਆ ਵੰਸ਼ ਦੇ ਰਾਜੇ ਪੁਲਕੇਸ਼ਨ ਦੂਜੇ ਨਾਲ ਯੁੱਧ ਲੜਦਾ ਗਾ, ਜਿਹਦੇ ਵਿੱਚ ਜਿਹੜਾ ਹਰਸ਼ਵਰਧਨ ਹੈਗਾ ਉਹ ਹਾਰ ਜਾਂਦਾ ਗਾ। ਤੇ ਪੁਲਕੇਸ਼ਨ ਦੂਜੇ ਤੋਂ ਹਾਰਨ ਤੋਂ ਬਾਅਦ ਹਰਸ਼ਵਰਧਨ ਨੇ ਕੋਈ ਯੁੱਧ ਨਹੀਂ ਲੜਿਆ ਤੇ ਇਸ ਤੋਂ ਬਾਅਦ ਹਰਸ਼ਵਰਧਨ ਦੀ ਮੌਤ ਲਗਭਗ 647 ਈਸਵੀ ਦੇ ਵਿੱਚ ਹੋ ਗਈ। ਹਰਸ਼ਵਰਧਨ ਦੀਆਂ ਜਿਹੜੀਆਂ ਸਫਲਤਾਵਾਂ ਨੇਗੀਆਂ ਉਹਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਆ ਉਹ ਉਹਦੇ ਦਰਬਾਰੀ ਕਵੀ ਬਾਣਭੱਟ ਦੀ ਰਚਨਾ ਹਰਸ਼ਚਰਿਤ ਤੋਂ ਮਿਲਦੀ ਹੈਗੀ। ਹਰਸ਼ਚਰਿਤ ਦੇ ਵਿੱਚ ਬਾਣਭੱਟ ਨੇ ਜ਼ਿਆਦਾਤਰ ਜਿਹੜਾ ਹਰਸ਼ਵਰਧਨ ਹੈਗਾ ਉਹਦੇ ਬਾਰੇ ਲਿਖਿਆ ਹੈਗਾ, ਉਹਦੇ ਜੀਵਨ ਤੇ ਉਹਦੀਆਂ ਜਿੱਤਾਂ ਦੀ ਜਿਹੜੀ ਜਾਣਕਾਰੀ ਹੈਗੀ ਉਹ ਸਾਨੂੰ ਇਸ ਪੁਸਤਕ ਤੋਂ ਮਿਲਦੀ ਹੈਗੀ। ਤੇ ਇਸ ਤੋਂ ਇਲਾਵਾ ਉਹਨੇ ਕਦੰਬਰੀ ਨਾਮ ਦੀ ਪੁਸਤਕ ਵੀ ਲਿਖੀ ਸੀਗੀ। ਹਰਸ਼ਵਰਧਨ ਦੇ ਕਾਲ ਸਮੇਂ ਜਿਹੜਾ ਪ੍ਰਸਿੱਧ ਚੀਨੀ ਯਾਤਰੀ ਸੀਗਾ ਹਿਊਨ-ਸਾਂਗ ਉਹ ਵੀ ਭਾਰਤ ਆਇਆ ਸੀਗਾ ਤੇ ਇਹ ਜਿਹੜਾ ਚੀਨੀ ਯਾਤਰੀ ਆ ਗਿਆ ਇਹਨੂੰ ਯਾਤਰੀਆਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਗਾ, ਜਿਹੜਾ ਕਿ ਬੁੱਧ ਧਰਮ ਨਾਲ ਸੰਬੰਧਿਤ ਗਿਆਨ ਪ੍ਰਾਪਤ ਕਰਨ ਲਈ ਭਾਰਤ ਆਇਆ ਸੀਗਾ ਤੇ ਉਹਨੇ ਸੀਯੂਕੀ ਨਾਮ ਦੀ ਪੁਸਤਕ ਦੀ ਰਚਨਾ ਵੀ ਕੀਤੀ ਹੈਗੀ। ਤੇ ਜਿਹੜਾ ਹਰਸ਼ਵਰਧਨ ਸੀਗਾ ਉਹ ਆਪ ਵੀ ਉੱਚ ਕੋਟੀ ਦਾ ਵਿਦਵਾਨ ਸੀਗਾ ਤੇ ਨਾਲ ਕਲਮ ਦਾ ਧਨੀ ਵੀ ਸੀਗਾ ਤੇ ਉਹਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ 3 ਨਾਟਕ ਲਿਖੇ ਸੀਗੇ, ਪ੍ਰਿਯਦਰਸ਼ਿਕਾ, ਰਤਨਾਵਲੀ ਤੇ ਨਾਗਾਨੰਦ, ਜਿਹਦੇ ਵਿੱਚ ਜਿਹੜਾ ਰਤਨਾਵਲੀ ਨਾਟਕ ਹੈਗਾ ਉਹ ਕਾਫੀ ਜ਼ਿਆਦਾ ਪ੍ਰਸਿੱਧ ਹੈਗਾ। ਤੇ ਹੁਣ ਅਸੀਂ ਵਰਧਨ ਕਾਲ ਦੇ ਧਰਮ ਦੀ ਗੱਲ ਕਰਦੇ ਆਂਗੇ। ਜਿਹੜਾ ਹਰਸ਼ਵਰਧਨ ਸੀਗਾ ਉਹ ਸ਼ੈਵ ਧਰਮ ਨੂੰ ਮੰਨਦਾ ਸੀਗਾ ਪਰ ਬਾਅਦ ਦੇ ਵਿੱਚ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ। ਉਸ ਸਮੇਂ ਬੁੱਧ ਧਰਮ ਦੀਆਂ 2 ਸ਼ਾਖਾਵਾਂ ਸੀਗੀਆਂ, ਇੱਕ ਹੀਨਯਾਨ ਤੇ ਦੂਸਰੀ ਸੀਗੀ ਮਹਾਯਾਨ ਤੇ ਹਰਸ਼ਵਰਧਨ ਨੇ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਨੂੰ ਗ੍ਰਹਿਣ ਕੀਤਾ ਸੀਗਾ। ਜਿਹੜਾ ਹਰਸ਼ਵਰਧਨ ਸੀਗਾ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨਦਾ ਸੀਗਾ ਤੇ ਉਹਨੇ ਹਿਊਨ-ਸਾਂਗ ਦੀ ਪ੍ਰਧਾਨਗੀ ਵਿੱਚ ਕਨੌਜ 'ਚ ਬੌਧ ਸਭਾ ਕਰਵਾਈ ਸੀਗੀ, ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਤੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਗਾ ਕਿ ਹਰਸ਼ਵਰਧਨ ਨੇ ਬੌਧ ਸਭਾ ਕਿਸ ਸਥਾਨ ਤੇ ਕਰਵਾਈ ਸੀ ਤੇ ਇਹ ਵੀ ਪੁੱਛਿਆ ਜਾ ਸਕਦਾ ਗਾ ਕਿ ਕਿਸ ਦੀ ਪ੍ਰਧਾਨਗੀ 'ਚ ਕਰਵਾਈ ਸੀ। ਹਰਸ਼ਵਰਧਨ ਇਲਾਹਾਬਾਦ ਦੇ ਵਿੱਚ ਹਰੇਕ 5 ਸਾਲ ਬਾਅਦ ਧਾਰਮਿਕ ਸਭਾਵਾਂ ਕਰਵਾਉਂਦਾ ਹੁੰਦਾ ਸੀਗਾ, ਜਿਹਦੇ ਵਿੱਚ ਉਹ ਹਰੇਕ ਧਰਮ ਦੇ ਧਾਰਮਿਕ ਗੁਰੂਆਂ ਨੂੰ ਸੱਦਦਾ ਹੁੰਦਾ ਸੀਗਾ ਤੇ ਉਹਨਾਂ ਨੂੰ ਦਾਨ ਦਿੰਦਾ ਹੁੰਦਾ ਸੀਗਾ। ਇਸੇ ਇੱਕ ਸਭਾ ਦੇ ਵਿੱਚ ਹਰਸ਼ਵਰਧਨ ਨੇ ਨਾਲੰਦਾ ਵਿਸ਼ਵ ਵਿਦਿਆਲੇ, ਜਿਹੜੀ ਕਿ ਬਿਹਾਰ ਦੇ ਵਿੱਚ ਹੈਗੀ, ਉਹਨੂੰ ਲਗਭਗ 200 ਪਿੰਡਾਂ ਦੀ ਆਮਦਨ ਸੀਗੀ ਜਿਹੜੀ ਉਹ ਦਾਨ ਦੇ ਵਿੱਚ ਦਿੱਤੀ ਸੀਗੀ। ਤੇ ਹੁਣ ਅਸੀਂ ਵਰਧਨ ਕਾਲ ਦੇ ਸਮਾਜਿਕ ਤੇ ਆਰਥਿਕ ਜੀਵਨ ਬਾਰੇ ਜਾਣਕਾਰੀ ਹਾਸਲ ਕਰਦੇ ਆਂਗੇ। ਵਰਧਨ ਕਾਲ ਦਾ ਸਮਾਜਿਕ ਤੇ ਆਰਥਿਕ ਜੀਵਨ ਵੀ ਬਿਲਕੁਲ ਗੁਪਤ ਕਾਲ ਦੀ ਤਰ੍ਹਾਂ ਹੀ ਸੀਗਾ। ਜਿਸ ਤਰ੍ਹਾਂ ਗੁਪਤ ਕਾਲ ਦੇ ਵਿੱਚ ਆਮਦਨ ਦਾ ਮੁੱਖ ਸਾਧਨ ਖੇਤੀਬਾੜੀ ਸੀਗਾ, ਉਸੇ ਤਰ੍ਹਾਂ ਹੀ ਵਰਧਨ ਕਾਲ ਦੇ ਵਿੱਚ ਜਿਹੜਾ ਮੁੱਖ ਕਿੱਤਾ ਸੀਗਾ ਉਹ ਖੇਤੀਬਾੜੀ ਸੀਗਾ। ਤੇ ਜਿਹੜਾ ਟੈਕਸ ਸੀਗਾ ਉਹ ਧਨ ਅਤੇ ਵਸਤੂਆਂ ਦੋਨਾਂ ਦੇ ਰੂਪ ਵਿੱਚ ਲਿਆ ਜਾਂਦਾ ਸੀਗਾ। ਜਿਸ ਤਰ੍ਹਾਂ ਗੁਪਤ ਕਾਲ ਦੇ ਵਿੱਚ ਪ੍ਰਸਿੱਧ ਵਪਾਰਕ ਕੇਂਦਰ ਉਜੈਨ ਸੀਗਾ, ਉਸੇ ਤਰ੍ਹਾਂ ਹੀ ਵਰਧਨ ਕਾਲ ਦਾ ਪ੍ਰਸਿੱਧ ਵਪਾਰਕ ਕੇਂਦਰ ਮਥੁਰਾ ਸੀ ਤੇ ਇਸ ਸਮੇਂ ਜਿਹੜੀ ਜਾਤੀ ਪ੍ਰਥਾ ਸੀਗੀ ਉਹ ਕਾਫੀ ਜ਼ਿਆਦਾ ਕਠੋਰ ਸੀਗੀ। ਇਹ ਸੀਗਾ ਜੀ ਸਾਰਾ ਵਰਧਨ ਕਾਲ ਦੇ ਬਾਰੇ ਤੇ ਹੁਣ ਅਸੀਂ ਇਸ ਟੌਪਿਕ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ MCQs ਨੇਗੇ ਉਹ ਕਰਦੇ ਆਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਆਪਣੇ ਕੋਲ, ਕਿਸ ਚੀਨੀ ਯਾਤਰੀ ਨੂੰ ਯਾਤਰੀਆਂ ਦਾ ਰਾਜਕੁਮਾਰ ਕਿਹਾ ਜਾਂਦਾ ਹੈ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ B ਹਿਊਨ-ਸਾਂਗ। ਦੂਸਰਾ ਪ੍ਰਸ਼ਨ, ਹਿਊਨ-ਸਾਂਗ ਭਾਰਤ ਵਿੱਚ ਕਿੰਨੇ ਸਾਲ ਰਿਹਾ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ C 14 ਸਾਲ। ਤੀਸਰਾ ਪ੍ਰਸ਼ਨ, ਹਿਊਨ-ਸਾਂਗ ਦੀ ਭਾਰਤ ਵਿੱਚ ਯਾਤਰਾ ਸਮੇਂ ਸੂਤੀ ਕੱਪੜੇ ਦੇ ਉਤਪਾਦਨ ਲਈ ਕਿਹੜਾ ਪ੍ਰਸਿੱਧ ਸੀਗਾ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ B ਮਥੁਰਾ। ਚੌਥਾ ਪ੍ਰਸ਼ਨ, ਹੁਣ ਵੀ ਭਾਰਤ ਵਿੱਚ ਹਿਊਨ-ਸਾਂਗ ਨੂੰ ਯਾਦ ਕਰਨ ਦਾ ਮੁੱਖ ਕਾਰਨ ਕੀ ਹੈ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ D ਸੀਯੂਕੀ ਦੀ ਰਚਨਾ, ਜਿਹਦੇ ਵਿੱਚ ਸਾਨੂੰ ਹਰਸ਼ਵਰਧਨ ਦੇ ਜੀਵਨ ਤੇ ਜਿੱਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਹੁੰਦੀ ਹੈ। ਪੰਜਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਉਹ ਅੰਤਿਮ ਬੋਧੀ ਰਾਜਾ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਅਤੇ ਲੇਖਕ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ C ਹਰਸ਼ਵਰਧਨ। ਛੇਵਾਂ ਪ੍ਰਸ਼ਨ, ਹਰਸ਼ਵਰਧਨ ਅਤੇ ਪੁਲਕੇਸ਼ਨ ਦੂਜੇ ਦੇ ਵਿਚਕਾਰ ਹੋਏ ਯੁੱਧ ਦੀ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਹੈ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ A
ਐਹੋਲ ਅਭਿਲੇਖ। ਐਹੋਲ ਅਭਿਲੇਖ ਆ ਜਿਹੜਾ ਉਹ ਚਲੁਕਿਆ ਵੰਸ਼ ਦੇ ਰਾਜੇ ਪੁਲਕੇਸ਼ਨ ਦੂਜੇ ਨੇ ਤਿਆਰ ਕਰਵਾਇਆ ਸੀਗਾ। 7ਵਾਂ ਪ੍ਰਸ਼ਨ, ਹਰਸ਼ਵਰਧਨ ਨੂੰ ਹਰਾਉਣ ਵਾਲਾ ਪੁਲਕੇਸ਼ਨ ਦੂਜਾ ਕਿੱਥੋਂ ਦਾ ਸ਼ਾਸਕ ਸੀਗਾ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਏ, ਵਤਾਪੀ। 8ਵਾਂ ਪ੍ਰਸ਼ਨ, ਹਰਸ਼ਵਰਧਨ ਦੇ ਸਮੇਂ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਸੀ, ਕਨੌਜ। ਕਨੌਜ ਆ ਜਿਹੜਾ ਉਹ ਹਰਸ਼ਵਰਧਨ ਦੀ ਰਾਜਧਾਨੀ ਵੀ ਸੀ। 9ਵਾਂ ਪ੍ਰਸ਼ਨ, ਕਨੌਜ ਕਿਸ ਪ੍ਰਦੇਸ਼ ਵਿੱਚ ਸਥਿਤ ਹੈ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਏ, ਉੱਤਰ ਪ੍ਰਦੇਸ਼। 10ਵਾਂ ਪ੍ਰਸ਼ਨ, ਹਰਸ਼ਵਰਧਨ ਦੀ ਜੀਵਨੀ ਕਿਸ ਨੇ ਲਿਖੀ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਸੀ, ਬਾਣਭੱਟ। ਜਿਹੜਾ ਬਾਣਭੱਟ ਸੀਗਾ ਉਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ। 11ਵਾਂ ਪ੍ਰਸ਼ਨ, ਹਰਸ਼ਵਰਧਨ ਦੇ ਸਮੇਂ ਕਰ ਉਪਜ ਦਾ ਕਿੰਨਵਾਂ ਹਿੱਸਾ ਲਿਆ ਜਾਂਦਾ ਸੀਗਾ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਡੀ, 1/6 ਤੋਂ 1/10 ਹਿੱਸਾ। 12ਵਾਂ ਪ੍ਰਸ਼ਨ, ਘੰਟੀ ਯੰਤਰ ਜਾਂ ਤੁਲਾ ਯੰਤਰ ਦਾ ਪ੍ਰਯੋਗ ਕਿਸ ਲਈ ਕੀਤਾ ਜਾਂਦਾ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਬੀ, ਖੇਤ ਦੀ ਸਿੰਚਾਈ ਲਈ। 13ਵਾਂ ਪ੍ਰਸ਼ਨ, ਹਰਸ਼ਵਰਧਨ ਆਪਣੀ ਧਾਰਮਿਕ ਸਭਾ ਕਿੱਥੇ ਆਯੋਜਿਤ ਕਰਦਾ ਸੀ? ਤਾਂ ਇਹਦਾ ਸਹੀ ਜਵਾਬ ਹੈਗਾ ਆਪਸ਼ਨ ਬੀ, ਪ੍ਰਯਾਗ। 14ਵਾਂ ਪ੍ਰਸ਼ਨ, ਰਾਜ ਤਰੰਗਣੀ ਕਿਸ ਦੀ ਰਚਨਾ ਹੈ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਬੀ, ਕਲਹਣ। ਕਲਹਣ ਨੇ ਰਾਜ ਤਰੰਗਣੀ ਦੇ ਵਿੱਚ ਕਸ਼ਮੀਰ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈਗੀ, ਪਰ ਇਹਦੇ 'ਚ ਸਾਨੂੰ ਹਰਸ਼ਵਰਧਨ ਦੇ ਕਾਲ ਦਾ ਵੀ ਪਤਾ ਲੱਗਦਾ ਗਾ। 15ਵਾਂ ਪ੍ਰਸ਼ਨ, ਸਥਾਨੇਸ਼ਵਰ ਵਿੱਚ ਵਰਧਨ ਵੰਸ਼ ਜਾਂ ਪੁਸ਼ਯਪੁੱਤੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਇਹਦਾ ਸਹੀ ਜਵਾਬ ਹੈਗਾ ਗਾ ਆਪਸ਼ਨ ਡੀ, ਪੁਸ਼ਯਪੁੱਤੀ ਵਰਧਨ। ਇਹ ਸੀ ਜੀ ਸਾਰਾ ਆਪਣਾ ਵਰਧਨ ਕਾਲ ਦੇ ਬਾਰੇ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।